ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ students I am Harjeet Singh. I hope all of you will be fine and working hard to get good grade and shine the name of yourself, parents and the institution also. So today we start second chapter of economics with the title The Sectors of the Indian Economy means ਭਾਰਤੀ ਆਰਥਿਕਤਾ ਦਾ ਖੇਤਰ. In easy words we say that from which sectors our country get the income. ਸੌਖੇ ਸ਼ਬਦਾਂ ਵਿੱਚ ਕਹਿ ਲਈਏ ਤਾਂ ਭਾਵ ਸਾਡੇ ਦੇਸ਼ ਭਾਰਤ ਨੂੰ ਆਮਦਨ ਕਿਸ ਖੇਤਰ ਤੋਂ ਪ੍ਰਾਪਤ ਹੁੰਦੀ ਹੈ. ਲੈਟਸ ਸਟਾਰਟ ਆਵਰ ਟੌਪਿਕ and remind that in this lesson we read and learn following topics: sectors of Indian economy, comparing the three sectors, GDP, historical change in sector, employment, unemployment, organized and unorganized sectors. ਮੈਂ ਜਦੋਂ ਇਹ ਲੈਸਨ ਰੀਡ ਕਰ ਰਿਹਾ ਹਾਂ ਔਰ ਤੁਸੀਂ ਲਿਸਨਿੰਗ ਕਰ ਰਹੇ ਹੋ ਤਾਂ ਇਸ ਸਮੇਂ ਦੌਰਾਨ ਵੀ ਆਪਣੇ ਆਸ-ਪਾਸ ਬਹੁਤ ਸਾਰੇ ਪੀਪਲਸ ਰੁਜ਼ਗਾਰ ਕਮਾਉਣ ਲਈ ਕੋਈ ਵਰਕ ਕਰ ਰਹੇ ਹਨ. ਐਗਜ਼ਾਮਪਲ ਲਈ ਫਾਰਮਰਸ ਆਪਣੇ ਫੀਲਡ ਵਿੱਚ ਬਿਜ਼ੀ ਨੇ, ਕੋਈ ਟੇਲਰਿੰਗ ਦਾ ਵਰਕ ਕਰ ਰਿਹਾ ਹੈ ਐਂਡ ਸਮ ਪੀਪਲਸ ਆਰ ਆਇਰਨ, ਮੈਸਨ ਐਕਸੈਕਟਰਾ. ਸਾਰੇ ਆਪੋ ਆਪਣੇ ਕੰਮ ਧੰਦੇ ਵਿੱਚ ਲੱਗੇ ਹੋਣਗੇ ਅਤੇ ਸ਼ੌਪਕੀਪਰ ਆਪਣੇ ਕੰਮ ਸੇਲ ਦਾ, ਪਰਚੇਜ਼ ਦਾ ਕੰਮ ਕਰ ਰਿਹਾ ਹੈ. ਸੋ ਇਹਨਾਂ ਦੇ ਕੁਝ ਇੰਪੋਰਟੈਂਟ ਫੈਕਟਸ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਾਂ ਇਕਨੋਮਿਕ ਐਕਟੀਵਿਟੀਜ਼ ਦੀ 3 ਪਾਰਟਸ ਵਿੱਚ ਕਲਾਸੀਫਿਕੇਸ਼ਨ ਮੀਨਸ ਵੰਡ ਕਰ ਸਕਦੇ ਹਾਂ. ਫਸਟ ਸੈਕਟਰ ਸਾਡੇ ਕੋਲ ਹੁੰਦਾ ਹੈ ਪ੍ਰਾਇਮਰੀ ਸੈਕਟਰ, ਸੈਕੰਡ ਸੈਕੰਡਰੀ ਸੈਕਟਰ, ਥਰਡ ਟੈਰੀਟਰੀ ਸੈਕਟਰ. ਸੋ ਨੈਕਸਟ ਵੀ ਵਿਲ ਰੀਡ what are their meaning and the differences between these 3 sectors. ਫਸਟ ਸਾਡੇ ਕੋਲ ਆ ਜਾਂਦਾ ਹੈ ਪ੍ਰਾਇਮਰੀ ਸੈਕਟਰ. ਪ੍ਰਾਇਮਰੀ ਸੈਕਟਰ ਉਹ ਸੈਕਟਰ ਹੁੰਦਾ ਹੈ ਜਿਸ ਵਿੱਚ ਅਸੀਂ ਰॉ ਮਟੀਰੀਅਲ ਤਿਆਰ ਕਰਦੇ ਹਾਂ. ਰॉ ਮਟੀਰੀਅਲ ਮੀਨਸ ਕੱਚਾ ਮਾਲ. ਜਿਵੇਂ ਅਸੀਂ ਆਈਸਕ੍ਰੀਮ ਤਿਆਰ ਕਰਨੀ ਹੋਵੇ ਉਸ ਲਈ ਰॉ ਮਟੀਰੀਅਲ ਕੀ ਹੋਵੇਗਾ? ਮਿਲਕ. ਅਤੇ ਮਿਲਕ ਪ੍ਰਾਪਤ ਕਰਨ ਲਈ ਅਸੀਂ ਕੈਟਲ ਰੀਅਰਿੰਗ ਕਰਾਂਗੇ, ਮਤਲਬ ਪਸ਼ੂ ਪਾਲਾਂਗੇ. ਪ੍ਰਾਇਮਰੀ ਸੈਕਟਰ ਵਿੱਚ ਅਸੀਂ ਨੈਚੁਰਲ ਸੋਰਸਿਸ ਨੂੰ ਯੂਜ਼ ਕਰਕੇ ਰॉ ਮਟੀਰੀਅਲ ਤਿਆਰ ਕਰਦੇ ਹਾਂ. ਜਿਵੇਂ ਆਪਾਂ ਐਗਜ਼ਾਮਪਲ ਲਈ ਮਿਲਕ ਪ੍ਰਾਪਤ ਕਰਨ ਲਈ ਪਸ਼ੂ ਪਾਲਦੇ ਹਾਂ, ਉਹਨਾਂ ਪਸ਼ੂਆਂ ਦੇ ਚਾਰੇ ਲਈ ਆਪਾਂ ਕੀ ਕਰਾਂਗੇ? ਬਿਜਾਈ ਲਈ ਆਪਾਂ ਖੇਤ, ਪਾਣੀ ਜਾਂ ਹੋਰ ਕੁਛ ਵੀ ਜੋ ਵੀ ਸਮਾਨ ਤਿਆਰ ਕਰਾਂਗੇ ਜਾਂ ਯੂਜ਼ ਕਰਾਂਗੇ ਉਹ ਸਾਰਾ ਹੀ ਸਾਨੂੰ ਕੁਦਰਤ ਦਾ ਦਿੱਤਾ ਹੋਇਆ, ਨੇਚਰ ਦਾ ਦਿੱਤਾ ਹੋਇਆ ਹੈ. ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇਸ ਸੈਕਟਰ ਵਿੱਚ ਨੈਚੁਰਲ ਸੋਰਸਿਸ ਦੀ ਮਦਦ ਨਾਲ ਕੀਤੇ ਜਾ ਸਕਣ ਵਾਲੇ ਕੰਮ ਸ਼ਾਮਲ ਹਨ. ਬਹੁਤ ਸਾਰੇ ਨੈਚੁਰਲ ਪ੍ਰੋਡਕਟ ਜਾਂ ਰॉ ਮਟੀਰੀਅਲ ਅਸੀਂ ਖੇਤੀਬਾੜੀ ਦੇ ਥਰੂ ਪ੍ਰਾਪਤ ਕਰਦੇ ਹਾਂ. ਸੋ ਇਸ ਕਰਕੇ ਇਸ ਸੈਕਟਰ ਨੂੰ ਐਗਰੀਕਲਚਰ ਸੈਕਟਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ. ਜਾਂਦੀ ਕਿ ਇਸ ਸੈਕਟਰ ਦੀ ਇੰਪੋਰਟੈਂਸ ਕੀ ਆ? ਇਸ ਸੈਕਟਰ ਦੀ ਇੰਪੋਰਟੈਂਸ ਇਹ ਹੈ ਕਿ ਇੱਥੇ ਤਿਆਰ ਕੀਤਾ ਰॉ ਮਟੀਰੀਅਲ ਸੈਕੰਡਰੀ ਸੈਕਟਰ ਵਿੱਚ ਵਰਤਿਆ ਜਾਣਾ ਹੁੰਦਾ ਹੈ. ਜੇਕਰ ਅਸੀਂ ਰॉ ਮਟੀਰੀਅਲ ਤਿਆਰ ਨਾ ਕਰਾਂਗੇ ਤਾਂ ਸੈਕੰਡਰੀ ਸੈਕਟਰ ਕੁਝ ਵੀ ਨਵੇਂ ਪ੍ਰੋਡਕਟ ਤਿਆਰ ਨਹੀਂ ਕਰ ਸਕਦਾ. ਐਗਰੀਕਲਚਰ, ਫਿਸ਼ਿੰਗ, ਮਾਈਨਿੰਗ, ਮਿਨਰਲ ਦੀ ਖੁਦਾਈ. ਮਾਈਨਿੰਗ ਮਤਲਬ ਮਿਨਰਲ ਦੀ ਖੁਦਾਈ ਕਰਨਾ, ਜਿਵੇਂ ਕਿ ਕੋਲ, ਆਇਰਨ, ਗੋਲਡ ਐਕਸੈਕਟਰਾ ਅਸੀਂ ਧਰਤੀ ਦੇ ਵਿੱਚੋਂ ਖੁਦਾਈ ਕਰਕੇ ਕੱਢਦੇ ਹਾਂ. ਜਾਂ ਫੋਰੈਸਟਰੀ ਇਸ ਸੈਕਟਰ ਦੀਆਂ ਐਗਜ਼ਾਮਪਲਸ ਹਨ. ਮੀਨਜ਼ ਇਹ ਸਭ ਸੈਕਟਰ ਜਾਂ ਇਹ ਸਾਰਾ ਰॉ ਮਟੀਰੀਅਲ ਇਸ ਸੈਕਟਰ ਵਿੱਚ ਤਿਆਰ ਕੀਤਾ ਜਾਂਦਾ ਹੈ. ਇਹ ਆਕੂਪੇਸ਼ਨ ਇਸ ਸੈਕਟਰ ਦੇ ਵਿੱਚ ਕੀਤੇ ਜਾਂਦੇ ਹਨ. ਨੈਕਸਟ ਸੈਕੰਡ ਸੈਕਟਰ ਸਾਡੇ ਕੋਲ ਆ ਜਾਂਦਾ ਹੈ ਸੈਕੰਡਰੀ ਸੈਕਟਰ, ਜੋ ਸਾਡੀਆਂ ਆਰਥਿਕ ਕਿਰਿਆਵਾਂ, ਇਕਨੋਮਿਕ ਐਕਟੀਵਿਟੀਜ਼, ਮੈਨੂਫੈਕਚਰਿੰਗ ਪ੍ਰੋਸੈਸ ਮੀਨਸ ਨਿਰਮਾਣ ਕਾਰਜ ਜਾਂ ਕਹਿ ਲਓ ਕਿ ਕੁਝ ਬਣਾਉਣ ਵਿੱਚ ਸ਼ਾਮਲ ਹੁੰਦੀਆਂ ਹਨ, ਉਹ ਸੈਕੰਡਰੀ ਸੈਕਟਰ ਵਿੱਚ ਇਨਕਲੂਡ ਕੀਤੀਆਂ ਜਾਂਦੀਆਂ ਹਨ. ਐਗਜ਼ਾਮਪਲ ਲਈ ਅਸੀਂ ਅਰਥ ਵਿੱਚੋਂ ਆਇਰਨ ਐਕਸਟਰੈਕਟ ਕਰਕੇ, ਮਤਲਬ ਆਇਰਨ ਕੱਢ ਕੇ ਕਿਸੇ ਕੰਪਨੀ ਨੂੰ ਦਿੱਤਾ ਤਾਂ ਉਸਨੇ ਇਸ ਆਇਰਨ ਵਿੱਚੋਂ ਇੰਪਿਓਰਟੀਜ਼ ਜੋ ਅਸ਼ੁੱਧੀਆਂ ਵਗੈਰਾ ਸੀ ਉਹਨਾਂ ਨੂੰ ਕੱਢ ਕੇ ਇੱਕ ਨਵਾਂ ਮੈਟਲ ਸਟੀਲ ਤਿਆਰ ਕਰ ਦਿੱਤਾ. ਜਾਂ ਉਹਨਾਂ ਨੇ ਇਸ ਆਇਰਨ ਯੂਜ਼ ਕਰਕੇ ਕੋਈ ਬਾਈਕ, ਕੋਈ ਕੰਬਾਈਨ, ਟਰੈਕਟਰ ਜਾਂ ਕੋਈ ਵੀ ਆਪਣੇ ਪ੍ਰੋਡਕਟ ਜੋ ਆਇਰਨ ਦਾ ਬਣ ਸਕਦਾ ਸੀ ਉਹ ਬਣਾ ਲਿਆ. ਜਾਂ ਇੱਕ ਲਾਸਟ ਵਾਲੀ ਐਗਜ਼ਾਮਪਲ ਦੇਖਦੇ ਹਾਂ ਕਿ ਜਿਵੇਂ ਅਸੀਂ ਰॉ ਮਟੀਰੀਅਲ ਦੇ ਤੌਰ 'ਤੇ ਕਿਸੇ ਕੰਪਨੀ ਨੂੰ ਮਿਲਕ ਦਿੱਤਾ, ਉਸ ਕੰਪਨੀ ਨੇ ਇਸ ਦੇ ਵਿੱਚ ਕੋਈ ਹੋਰ ਇਨਗਰੀਡੀਅੰਟਸ ਮਿਕਸ ਕਰਕੇ ਇੱਕ ਨਵਾਂ ਪ੍ਰੋਡਕਟ ਆਈਸਕ੍ਰੀਮ ਬਣਾ ਲਿਆ. ਮਤਲਬ ਉਹਨਾਂ ਨੇ ਰॉ ਮਟੀਰੀਅਲ ਆਇਰਨ ਦੀ ਐਗਜ਼ਾਮਪਲ ਵੇਖੇ ਜਾਂ ਅਸੀਂ ਆਈਸਕ੍ਰੀਮ ਦੀ, ਇਹਨਾਂ ਦੋਨਾਂ ਨੇ ਰॉ ਮਟੀਰੀਅਲ ਕਿਸੇ ਹੋਰ ਕੋਲੋਂ ਲਿਆ. ਇਸ ਰॉ ਮਟੀਰੀਅਲ ਦੇ ਵਿੱਚ ਕੁਝ ਹੋਰ ਮੈਟਲਸ ਜਾਂ ਪ੍ਰੋਡਕਟ ਮਿਕਸ ਕਰਨੇ ਸੀ, ਮਿਕਸ ਕਰ ਲਏ. ਜੋ ਕੁਝ ਇੰਪਿਓਰਟੀ ਸੀ ਉਹਨਾਂ ਅਲੱਗ ਕਰਕੇ ਇੱਕ ਵਧੀਆ ਪ੍ਰੋਡਕਟ ਤਿਆਰ ਕਰ ਦਿੱਤਾ ਜੋ ਸਾਡੇ ਯੂਜ਼ਫੁਲ ਸੀ. ਸੋ ਇਸ ਤਰ੍ਹਾਂ ਅਜਿਹੇ ਕਾਰਜ ਜਿਸ ਕੰਪਨੀ ਦੇ ਵਿੱਚ ਜਾਂ ਜਿਸ ਇੰਡਸਟਰੀਅਲ ਸੈਕਟਰ ਵਿੱਚ ਕੀਤੇ ਜਾਣ ਉਸ ਨੂੰ ਅਸੀਂ ਸੈਕੰਡਰੀ ਸੈਕਟਰ ਆਖਦੇ ਹਾਂ, ਜਿੱਥੇ ਕਿ ਇੱਕ ਰॉ ਮਟੀਰੀਅਲ ਨੂੰ ਕਿਸੇ ਉਸ ਦੀ ਦੂਸਰੀ ਫਾਰਮ ਦੇ ਵਿੱਚ ਕਨਵਰਟ ਕਰ ਦਿੱਤਾ ਜਾਂਦਾ ਹੈ. ਨੈਕਸਟ ਥਰਡ ਸੈਕਟਰ ਸਾਡੇ ਕੋਲ ਆ ਜਾਂਦਾ ਹੈ ਟੈਰੀਟਰੀ ਸੈਕਟਰ. ਮੀਨਿੰਗ ਇਹ ਸੈਕਟਰ ਪ੍ਰਾਇਮਰੀ ਅਤੇ ਸੈਕੰਡਰੀ ਸੈਕਟਰ ਨੂੰ ਆਪਣੀ ਸਰਵਿਸ ਸੇਵਾ ਪੇਸ਼ ਕਰਦਾ ਹੈ. ਇੱਥੇ ਇੱਕ ਵਰਡ ਆਇਆ ਤੁਹਾਡੇ ਕੋਲ ਰੈਂਡਰ. ਰੈਂਡਰ ਦਾ ਮੀਨਸ ਹੁੰਦਾ ਵਾ ਪੇਸ਼ ਕਰਨੇ, ਕੋਈ ਅਰਪਿਤ ਕਰਨਾ ਜਾਂ ਕੁਛ ਦੇ ਦੇਣਾ.
ਇਸ ਸੈਕਟਰ ਵਿੱਚ ਨਾ ਤਾਂ ਅਸੀਂ ਰॉ ਮਟੀਰੀਅਲ ਤਿਆਰ ਕਰਦੇ ਹਾਂ, ਨਾ ਹੀ ਅਸੀਂ ਰॉ ਮਟੀਰੀਅਲ ਦੀ ਫਾਰਮ ਚੇਂਜ ਕਰਕੇ ਕੋਈ ਹੋਰ ਪ੍ਰੋਡਕਟ ਤਿਆਰ ਕਰਦੇ ਹਾਂ, ਸਗੋਂ ਇਹ ਸੈਕਟਰ ਪ੍ਰਾਇਮਰੀ ਅਤੇ ਸੈਕੰਡਰੀ ਸੈਕਟਰ ਨੂੰ ਸਿਰਫ ਆਪਣੀ ਸਪੋਰਟ ਦਿੰਦਾ ਹੈ। ਇਸ ਨੂੰ ਨੈਕਸਟ ਆਪਾਂ ਐਗਜ਼ਾਮਪਲ ਨਾਲ ਹੋਰ ਕਲੀਅਰ ਕਰਾਂਗੇ ਕਿਵੇਂ ਇਹ ਸੈਕਟਰ ਦੂਸਰੇ ਦੋਨਾਂ ਸੈਕਟਰ ਨੂੰ ਆਪਣੀ ਸਪੋਰਟ ਕਰਦਾ ਹੈ। ਉਸ ਤੋਂ ਪਹਿਲਾਂ ਇਸ ਦੀ ਇੰਪੋਰਟੈਂਸ ਦੇਖਦੇ ਹਾਂ। ਇਸ ਸੈਕਟਰ ਦੀ ਇੰਪੋਰਟੈਂਸ ਇਹ ਹੈ ਕਿ ਇਹ ਸੈਕਟਰ ਪ੍ਰਾਇਮਰੀ ਸੈਕਟਰ ਅਤੇ ਸੈਕੰਡਰੀ ਸੈਕਟਰ ਨੂੰ ਜੋੜਨ ਦਾ ਕੰਮ ਕਰਦਾ ਹੈ। ਅਗਰ ਇਹ ਟੈਰੀਟਰੀ ਸੈਕਟਰ ਨਹੀਂ ਹੋਵੇਗਾ ਤਾਂ ਬਾਕੀ ਦੇ ਸੈਕਟਰ ਦੀ ਵਿਕਾਸ ਨਹੀਂ ਕਰ ਸਕਣਗੇ। ਟਰਾਂਸਪੋਰਟ ਕਹਿ ਲਓ, ਬੈਂਕਿੰਗ, ਕਮਿਊਨੀਕੇਸ਼ਨ, ਟੈਕਨੀਕਸ, ਇੰਸ਼ੋਰੈਂਸ, ਇਹ ਸਭ ਇਸ ਸੈਕਟਰ ਦੀਆਂ ਐਗਜ਼ਾਮਪਲਸ ਹਨ। ਹੁਣ ਅਸੀਂ ਇੱਕ ਐਗਜ਼ਾਮਪਲ ਤੋਂ ਇਸ ਸੈਕਟਰ ਦਾ ਰੋਲ ਹੋਰ ਕਲੀਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਐਗਜ਼ਾਮਪਲ ਲੈ ਲਓ ਕਿ ਅਸੀਂ ਪਹਿਲਾਂ ਲਿਖਿਆ ਕਿ ਟਰਾਂਸਪੋਰਟ ਇਸ ਸੈਕਟਰ ਦੀ ਐਗਜ਼ਾਮਪਲ ਹੈ। ਹੁਣ ਦੇਖੋ, ਅਸੀਂ ਪ੍ਰਾਇਮਰੀ ਸੈਕਟਰ ਦੇ ਵਿੱਚ ਆਪਣੇ ਘਰ ਵਿੱਚ ਖੇਤਾਂ ਵਿੱਚ ਵੀਟ ਤਿਆਰ ਕਰ ਲਈ। ਸੈਕੰਡਰੀ ਸੈਕਟਰ ਅਸੀਂ ਮਾਰਕੀਟ ਦੇ ਵਿੱਚ ਇਸ ਨੂੰ ਮੰਡੀ ਦੇ ਵਿੱਚ ਦੇ ਆਏ, ਜਾਂ ਕਿਸੇ ਕੰਪਨੀ ਨੇ ਸਾਡੇ ਕੋਲ ਇਹ ਵੀਟ ਲੈ ਲਈ। ਉਸ ਕੰਪਨੀ ਨੇ ਇਸ ਵੀਟ ਤੋਂ ਫਲੋਰ, ਆਟਾ ਤਿਆਰ ਕਰ ਲਿਆ, ਬਿਸਕਿਟ, ਬ੍ਰੈਡ ਜਾਂ ਹੋਰ ਕੁਛ ਵੀ ਪ੍ਰੋਡਕਟ ਜੋ ਵੀਟ ਤੋਂ ਤਿਆਰ ਹੋ ਸਕਦਾ ਸੀ ਉਹ ਤਿਆਰ ਕਰ ਲਿਆ। ਪਰ ਇਹ ਤਿਆਰ ਕੀਤੇ ਪ੍ਰੋਡਕਟ ਸਾਡੇ ਕਿਸ ਕੰਮ ਆਉਣਗੇ ਜੇਕਰ ਮਾਰਕੀਟ ਜਾਂ ਕਸਟਮਰ ਤੱਕ ਪਹੁੰਚਾਉਣ ਲਈ ਸਾਡੇ ਕੋਲ ਟਰਾਂਸਪੋਰਟ ਦੀ ਸਹੂਲਤ ਨਹੀਂ ਹੋਵੇਗੀ। ਫਿਰ ਤਾਂ ਇਹ ਪ੍ਰੋਡਕਟ ਪਏ ਹੀ ਖਰਾਬ ਹੋ ਜਾਣਗੇ। ਟਰਾਂਸਪੋਰਟ ਦੀ ਤਰ੍ਹਾਂ ਇਸੇ ਤਰ੍ਹਾਂ ਹੁਣ ਬੈਂਕਸ ਹੈਗੀਆਂ। ਬੈਂਕਸ ਸਾਨੂੰ ਪ੍ਰਾਇਮਰੀ ਸੈਕਟਰ ਵਿੱਚ ਜਦੋਂ ਅਸੀਂ ਕੋਈ ਵੀ ਕੰਮ ਕਰਦੇ ਹਾਂ ਸਾਨੂੰ ਪੈਸੇ ਦੀ ਲੋੜ ਹੁੰਦੀ ਆ। ਇਹ ਬੈਂਕਸ ਸਾਨੂੰ ਲੋਨ ਦੇ ਕੇ ਜਾਂ ਸਾਡੇ ਜੋ ਵੀ ਅਰਨਿੰਗ ਹੁੰਦੀ ਆ, ਪੈਸਾ ਹੁੰਦਾ ਸਾਡੇ ਕੋਲ, ਉਹਨਾਂ ਨੂੰ ਆਪਣੇ ਲੋਕਰ ਦੇ ਵਿੱਚ ਸੇਫ ਰੱਖ ਕੇ ਲੋਕਾਂ ਨੂੰ ਆਪਣੀ ਸਰਵਿਸ ਦਿੰਦੀਆਂ ਨੇ। ਇਸੇ ਤਰ੍ਹਾਂ ਨੈਕਸਟ ਸਾਡੇ ਕੋਲ ਇੰਸ਼ੋਰੈਂਸ ਕੰਪਨੀਆਂ, ਡਾਕਟਰਸ ਆ, ਲਾਇਰ ਆ, ਟੀਚਰ ਆ, ਇਹ ਸਭ ਕੋਈ ਪਦਾਰਥ ਤਿਆਰ ਨਹੀਂ ਕਰਦੇ, ਪਰ ਇਹ ਸਾਰੇ ਆਪਣੀ ਸਕਿੱਲ ਅਨੁਸਾਰ ਲੋਕਾਂ ਨੂੰ ਸਰਵਿਸ ਪੇਸ਼ ਕਰਕੇ ਉਹਨਾਂ ਦੀ ਹੈਲਪ ਕਰਦੇ ਹਨ। ਸੋ ਦਿਸ ਇਜ਼ ਦਾ ਟੋਪਿਕ ਫਾਰ ਟੂਡੇ। ਥੈਂਕਸ, ਹੈਵ ਅ ਨਾਈਸ ਡੇ। ਵਾਹਿਗੁਰੂ ਜੀ ਕਾ ਖਾਲਸਾ,